ਖਦਸ਼ਾ ਜ਼ਾਹਿਰ ਕੀਤਾ ਸੀਗਾ ਕਿ ਇਹਦੇ ਵਿੱਚ ਕੋਈ ਨਾ ਕੋਈ ਸਾਡੇ ਮੁਲਾਜ਼ਮ ਬੜੇ ਭੋਲੇ ਭਾਲੇ ਨੇ, ਉਹਨਾਂ ਨੂੰ ਭੜਕਾਇਆ ਜਾ ਰਿਹਾ, ਉਹਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ। ਅਸੀਂ ਤਾਂ ਹਮੇਸ਼ਾ ਉਹਨਾਂ ਦੇ ਨਾਲ ਆ। ਉਸ ਗੱਲ ਦਾ ਮੈਨੂੰ ਸਬੂਤ ਵੀ ਦਿਸੇ ਕਿ ਉਸ ਇਕੱਠ ਦੇ ਵਿੱਚ ਮੁਲਾਜ਼ਮ ਬਹੁਤ ਘੱਟ ਸੀ ਔਰ ਬਾਹਰੀ ਲੋਕਾਂ ਨੇ ਬਹੁਤ ਵੱਡੇ ਪੱਧਰ 'ਤੇ ਉਸ ਸਵੇਰੇ ਜਿਹੜਾ ਮੈਂ ਜਿੱਥੇ ਗਿਆ ਸੀ ਉੱਥੇ ਬਾਹਰੀ ਲੋਕ ਇਕੱਠੇ ਹੋਏ ਸੀਗੇ ਕਿ ਜਿਨ੍ਹਾਂ ਦਾ ਅਧਿਕਾਰ ਨਹੀਂ ਸੀ ਉਹ ਵੀ ਲੋਕ ਆ ਕੇ ਉੱਥੇ ਧਰਨੇ ਤੇ ਬੈਠੇ ਸੀ। ਤੁਸੀਂ ਕਿਹਾ ਵੀਡੀਓਗ੍ਰਾਫੀ ਕਰਾਈ ਹੈ। ਦੇਖੋ, ਜਿਹੜੇ ਲੋਕੀ ਬਾਹਰੀ ਲੋਕ ਸਾਡੇ ਘਰ ਦੇ ਵਿੱਚ ਅੱਗ ਲਾਉਣ ਦੀ ਕੋਸ਼ਿਸ਼ ਕਰਨਗੇ ਉਹਨਾਂ ਨੂੰ ਮੈਂ ਸਪੇਅਰ ਨਹੀਂ ਕਰੂੰਗਾ। ਦੇਖੋ, ਪ੍ਰੈਸ ਕਾਨਫਰੰਸ ਵਾਲੀ ਗੱਲ ਨਹੀਂ ਹੈ, ਸਿਰਫ ਇੱਕ ਮੈਂ ਤੁਹਾਡੇ ਮਾਧਿਅਮ ਨਾਲ, ਤੁਸੀਂ ਇੱਕ ਮਾਧਿਅਮ ਹੋ, ਤੁਹਾਡੀ ਆਵਾਜ਼ ਲੋਕਾਂ ਤੱਕ ਪਹੁੰਚਦੀ ਹੈ। ਪਿਛਲੇ ਕੁਝ ਦਿਨਾਂ ਤੋਂ ਸ਼ਹਿਰ ਦੇ ਵਿੱਚ, ਅੰਦਰੂਨ ਸ਼ਹਿਰ ਦੇ ਵਿੱਚ ਇੱਕ ਹੜਤਾਲ ਚੱਲ ਰਹੀ ਹੈ ਜਿਹਦੇ ਨਾਲ ਸਫਾਈ ਦੀ ਬਹੁਤ ਵੱਡੀ ਮੁਸ਼ਕਿਲ ਆ ਰਹੀ ਹੈ ਔਰ ਸਾਡੀ ਵਰਲਡ ਸਿਟੀ ਦੇ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਸੁਸ਼ੋਭਿਤ ਨੇ, ਪ੍ਰਾਚੀਨ ਸ਼ਿਵਾਲਾ, ਪ੍ਰਾਚੀਨ ਇਤਿਹਾਸਕ ਮੰਦਰ, ਹੋਰ ਧਾਰਮਿਕ ਸਥਲ ਨੇ, ਵਪਾਰਕ ਅਦਾਰੇ ਨੇ ਜਿੱਥੇ ਗੰਦਗੀ ਦੇ ਅੰਬਾਰ ਲੱਗੇ ਨੇ। ਔਰ ਜਿਹੜਾ ਯੂਨੀਅਨ ਨੂੰ ਰਿਕੁਐਸਟ ਅਸੀਂ ਕੀਤੀ ਸੀ ਕਿ ਜੋ ਵੀ ਉਹਨਾਂ ਦੀਆਂ ਡਿਮਾਂਡਸ ਨੇ ਸਾਨੂੰ ਦੱਸਣ। ਅਸੀਂ ਹਮੇਸ਼ਾ, ਸਾਡੇ ਉਹ ਭਰਾ ਨੇ, ਅਸੀਂ ਹਮੇਸ਼ਾ ਉਹਨਾਂ ਦੀਆਂ ਗੱਲਾਂ ਨੂੰ ਸੰਜੀਦਗੀ ਨਾਲ ਲਿਆ। ਪਰ ਉਹਨਾਂ ਹੜਤਾਲ ਕਰਨ ਤੋਂ ਪਹਿਲਾਂ ਜਿਹੜਾ ਨੋਟਿਸ ਦਿੱਤਾ, ਉਹ ਨੋਟਿਸ ਕੁਝ ਹੋਰ ਗੱਲ ਕਰਦਾ ਔਰ ਜਿਹੜੀ ਉਹ ਮੌਕੇ 'ਤੇ ਗੱਲ ਕਰਦੇ ਜਾਂ ਜਿਹੜੀ ਮੈਂ ਪ੍ਰੈਸ 'ਚੋਂ ਸੁਣਦਾ ਉਹ ਗੱਲਾਂ ਹੋਰ ਨੇ। ਨੋਟਿਸ ਦੇ ਵਿੱਚ ਜਿਹੜੀਆਂ ਉਹਨਾਂ ਨੇ ਡਿਮਾਂਡ ਕੀਤੀਆਂ ਉਹਦੇ 'ਚ 5-6 ਡਿਮਾਂਡਸ ਡਿਪਾਰਟਮੈਂਟ ਦੇ ਉਲਟਿਆ, ਕੋਈ ਸੈਨੇਟਰੀ ਇੰਸਪੈਕਟਰਾਂ ਦੇ ਉੱਤੇ ਕਾਰਵਾਈ ਦੀ ਗੱਲ ਹੈ, ਕੋਈ ਉਹਨਾਂ ਦੀਆਂ ਬਦਲੀਆਂ ਦੀ ਗੱਲ ਹੈ, ਕੋਈ ਜਿਹੜਾ ਸੈਨੇਟਰੀ ਸੁਪਰਵਾਈਜ਼ਰ ਦੀ ਬਦਲੀ ਦੀ ਗੱਲ ਹੈ। ਇੱਦਾਂ ਦੀਆਂ ਸਾਰੀਆਂ ਉਹਨਾਂ ਦੀਆਂ ਡਿਮਾਂਡਸ ਨੇ। ਪਰ ਜਦੋਂ ਮੈਂ ਪ੍ਰੈਸ 'ਚ ਸੁਣਦਾ ਤਾਂ ਪ੍ਰੈਸ ਦੇ ਵਿੱਚ ਇਹ ਦੱਸਿਆ ਜਾਂਦਾ ਕਿ ਸਾਡੀਆਂ ਬਹੁਤ ਵੱਡਾ ਸ਼ੋਸ਼ਣ ਹੋ ਰਿਹਾ, ਮੁਲਾਜ਼ਮਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਔਰ ਮੇਅਰ ਮੁਲਾਜ਼ਮ ਵਿਰੋਧੀ ਆ, ਹਿਟਲਰ ਆ ਔਰ ਸਾਡੀ ਕਦੀ ਸੁਣਵਾਈ ਨਹੀਂ ਹੋਈ। ਸੋ ਇਹ ਗੱਲਾਂ ਅੰਦਰ ਬਹਿ ਕੇ ਹਮੇਸ਼ਾ ਹੀ ਸਾਡੀਆਂ ਮੀਟਿੰਗਸ ਹੁੰਦੀਆਂ ਸੀਗੀਆਂ। ਮੇਰੀ ਆਦਤ ਨਹੀਂ ਸੀ, ਮੈਂ ਕਦੀ ਪ੍ਰੈਸ ਦੇ ਸਾਹਮਣੇ ਜਾ ਕੇ ਗੱਲ ਨਹੀਂ ਸੀ ਕੀਤੀ। ਪਰ ਜਦੋਂ ਅੱਜ ਮੈਂ ਉਹਨਾਂ ਨੂੰ ਇਹੀ ਗੱਲ ਕਿਹਾ ਕਿ ਲੋਕਾਂ ਦੇ ਵਿੱਚ ਸੱਚਾਈ ਜਾਣੀ ਚਾਹੀਦੀ ਆ। ਮੈਂ ਉੱਥੇ ਜਿੱਥੇ ਯੂਨੀਅਨ ਅੱਜ ਸਾਡੀ ਵਰਕਸ਼ਾਪ 'ਚ ਸਾਰੇ ਸਾਡੇ ਕਰਮਚਾਰੀ ਯੂਨੀਅਨ ਲੀਡਰ ਇਕੱਠੇ ਹੋਏ ਸੀ, ਮੈਂ ਅੱਜ ਉਹਨਾਂ ਦੇ ਵਿੱਚ ਗਿਆ ਸੀਗਾ ਔਰ ਬਹੁਤ ਨਿਮਰਤਾ ਨਾਲ ਮੈਂ ਸਵੇਰੇ ਵੀ ਉਹਨਾਂ ਨੂੰ ਬੇਨਤੀ ਕੀਤੀ ਸੀ, ਹੁਣ ਵੀ ਤੁਹਾਡੇ ਮਾਧਿਅਮ ਨਾਲ ਬੇਨਤੀ ਕਰਨਾ ਚਾਹੁੰਦਾ ਕਿ ਮੈਂ ਬਿਲਕੁਲ ਮੁਲਾਜ਼ਮਾਂ ਦੇ ਹੱਕ 'ਚ ਹਾਂ। ਕੋਈ ਵੀ ਮੁਲਾਜ਼ਮਾਂ ਦੀ ਡਿਮਾਂਡ ਅੱਜ ਤੱਕ ਅਸੀਂ ਇਗਨੋਰ ਨਹੀਂ ਕੀਤੀ ਔਰ ਇਹ ਮੁਲਾਜ਼ਮਾਂ ਦੀ, ਇਹ ਸਾਡੇ ਜਿਸ ਤਰ੍ਹਾਂ ਬਾਕੀ 15 ਲੱਖ ਸਾਡੇ ਸਿਟੀਜ਼ਨ ਨੇ, ਇਹ ਮੁਲਾਜ਼ਮ ਵੀ ਸਾਡੇ ਬਹੁਤ ਹੀ ਸਤਿਕਾਰਤ ਨੇ ਔਰ ਇਹਨਾਂ ਦੀ ਬਦੌਲਤ ਅੱਜ ਅਸੀਂ ਇਹਨਾਂ ਕੁਰਸੀਆਂ 'ਤੇ ਬੈਠੇ ਹਾਂ ਔਰ ਸਾਡਾ ਫਰਜ਼ ਬਣਦਾ ਇਹਨਾਂ ਦੀਆਂ ਮੁਸ਼ਕਲਾਂ ਨੂੰ ਸੁਣਨਾ। ਔਰ ਮੈਂ ਉੱਥੇ ਉਹਨਾਂ ਨੂੰ ਦੋਵੇਂ ਹੱਥ ਬੰਨ੍ਹ ਕੇ ਇਹ ਵਰਡ ਯੂਜ਼ ਕੀਤੇ ਸੀ ਸਵੇਰੇ ਵੀ ਅਤੇ ਮੈਂ ਹੁਣ ਵੀ ਕਿ ਤੁਸੀਂ ਜਿਹੜਾ ਕੰਮ ਕਰਦੇ ਜੇ, ਤੁਹਾਡੇ ਲਈ ਮੇਰਾ ਸਿਰ ਝੁਕਦਾ ਵਾ। ਤੁਸੀਂ ਲੋਕਾਂ ਦਾ ਗੰਦ, ਕੂੜਾ ਕਰਕਟ ਸਾਰਾ ਲੋਕਾਂ ਦੇ ਘਰਾਂ 'ਚੋਂ ਉਠਾਉਂਦੇ ਹੋ। ਸਾਡੇ ਦਿਲ 'ਚ ਬਹੁਤ ਵੱਡੀ ਤੁਹਾਡੀ ਰਿਸਪੈਕਟ ਆ ਔਰ ਮੈਂ ਤੁਹਾਡੇ ਚਰਨ ਧੋ ਕੇ ਵੀ ਪੀਣ ਨੂੰ ਤਿਆਰ ਹਾਂ। ਮੇਰੀ ਕੋਈ ਈਗੋ ਨਹੀਂ, ਮੇਰਾ ਕੋਈ ਹੰਕਾਰ ਨਹੀਂ, ਮੇਰੀ ਤੁਹਾਡੇ ਨਾਲ ਕੋਈ ਦੁਸ਼ਮਣੀ ਨਹੀਂ, ਮੇਰੀ ਕੋਈ ਤੁਹਾਡੇ ਨਾਲ ਪਾਰਟੀਬਾਜ਼ੀ ਨਹੀਂ। ਔਰ ਮੈਂ ਇਹ ਗੱਲ 2 ਲਫ਼ਜ਼ਾਂ 'ਚ ਉੱਥੇ ਮੁਕਾ ਦਿੱਤੀ ਸੀ ਕਿ ਜੋ ਵੀ ਮੇਅਰ ਦੀ ਅਥਾਰਟੀ 'ਚ, ਮੇਅਰ ਦੀ ਪਾਵਰ 'ਚ ਜੋ ਵੀ ਤੁਹਾਡੀਆਂ ਡਿਮਾਂਡਸ ਆਉਂਦੀਆਂ ਨੇ, ਮੈਂ ਮੌਕੇ 'ਤੇ ਪ੍ਰਵਾਨ ਕਰਦਾ। ਪਰ ਬਦਕਿਸਮਤੀ ਇਹ ਕਿ ਮੌਕੇ 'ਤੇ ਇਹ ਸਾਰੀਆਂ ਗੱਲਾਂ ਨੂੰ ਸੁਣ ਲਿਆ ਗਿਆ। ਬਾਅਦ ਦੇ ਵਿੱਚ ਜਿਹੜੀ ਮੈਂ ਉਹਨਾਂ ਦੇ ਬਿਆਨ ਸੁਣੇ ਨੇ, ਵੀਡੀਓ ਸੁਣੀ, ਉਹਦੇ ਵਿੱਚ ਮੈਨੂੰ ਬਹੁਤ ਨਿਰਾਸ਼ਾ ਹੋਈ ਕਿ ਉਹਨਾਂ ਨੇ ਇਸ ਗੱਲ ਨੂੰ, ਮੇਰੀ ਇੰਨੀ ਨਿਮਰਤਾ ਨੂੰ, ਉਹਨਾਂ ਦੇ ਅੱਗੇ ਝੁਕਣ ਨੂੰ, ਨੀਵੇਂ ਹੋਣ ਨੂੰ ਵੀ ਉਹਨਾਂ ਨੇ ਬਿਲਕੁਲ ਉਸ ਚੀਜ਼ ਦੀ ਰਿਸਪੈਕਟ ਨਹੀਂ ਰੱਖੀ। ਸੋ ਉਹਨਾਂ ਨੇ ਬਿਆਨ ਦੇ ਦਿੱਤਾ ਜੀ ਕਿ ਅਸੀਂ ਫਿਰ ਹੜਤਾਲ ਜਿਹੜੀ ਆ ਉਹ ਕੰਟੀਨਿਊ ਕਰਾਂਗੇ ਔਰ ਕਾਰਪੋਰੇਸ਼ਨ ਆਫਿਸ ਘੇਰਾਂਗੇ। ਸਾਨੂੰ ਕੋਈ ਇਤਰਾਜ਼ ਨਹੀਂ। ਮੈਂ ਫਿਰ ਤੁਹਾਡੇ ਮਾਧਿਅਮ ਨਾਲ ਆਪਣੇ ਭਰਾਵਾਂ ਨੂੰ ਇਹੀ ਬੇਨਤੀ ਕਰਦਾ ਕਿ ਅਸੀਂ ਹਮੇਸ਼ਾ ਮੁਲਾਜ਼ਮ ਪੱਖੀ ਹਾਂ। ਜੋ ਮੁਲਾਜ਼ਮਾਂ ਦੀਆਂ ਜਿੰਨੀਆਂ ਵੀ ਮੰਗਾਂ ਨੇ, ਜੋ ਕਾਰਪੋਰੇਸ਼ਨ ਦੇ ਪ੍ਰਵਿਊ 'ਚ ਆਉਂਦੀਆਂ ਨੇ, ਉਹ ਅਸੀਂ ਸਾਰੀਆਂ ਮੰਨ ਲਈਆਂ ਨੇ ਔਰ ਸਾਰੀਆਂ ਮੰਨਣ ਨੂੰ ਤਿਆਰ ਹਾਂ। ਉਸ ਤੋਂ ਬਾਅਦ ਜਿਹੜੀ ਹੜਤਾਲ ਚਲਾਉਣੀ ਆ ਉਹ ਗੈਰ ਕਾਨੂੰਨੀ ਹੈ। ਮੈਂ ਉਹਨਾਂ ਭਰਾਵਾਂ ਨੂੰ, ਭੈਣਾਂ ਨੂੰ, ਸਾਰਿਆਂ ਨੂੰ ਇਹ ਅਪੀਲ ਕਰਦਾ ਕਿ ਉਹ ਇਸ ਹੜਤਾਲ ਨੂੰ ਖਤਮ ਕਰਕੇ ਸ਼੍ਰੋਮਣੀ ਸ਼ਹਿਰ, ਜਿਹੜਾ ਗੁਰੂਆਂ ਪੀਰਾਂ ਫਕੀਰਾਂ ਦਾ ਸ਼ਹਿਰ ਹੈ, ਇਹਦੀ ਸਫਾਈ ਦੇ ਵਿੱਚ ਜੁਟਣ। ਬਾਹਰੋਂ ਸ਼ਰਧਾਲੂ ਆ ਰਹੇ ਨੇ, ਸ਼ਹਿਰ ਵਾਸੀਆਂ ਨੂੰ ਵੀ ਮੁਸ਼ਕਲਾਂ ਹੋ ਰਹੀਆਂ ਨੇ, ਬਿਮਾਰੀਆਂ ਫੈਲਣਗੀਆਂ। ਸੋ ਮੈਂ ਫਿਰ ਨਿਮਰਤਾ ਨਾਲ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਉਹ ਇਸ ਹੜਤਾਲ ਨੂੰ ਤੋੜ ਕੇ ਅਤੇ ਇਸ ਸ਼ਹਿਰ ਦੀ ਭਲਾਈ ਦੇ ਵਿੱਚ ਸਫਾਈ ਜਿਹੜੀ ਆ ਉਸ ਨੂੰ ਕਰਨ ਔਰ ਜਿੰਨੀਆਂ ਵੀ ਉਹਨਾਂ ਦੀਆਂ ਡਿਮਾਂਡਸ ਨੇ, ਜਿਹੜੀਆਂ ਨਗਰ ਨਿਗਮ ਜਿਹੜੀਆਂ ਵੀ ਕਰ ਸਕਦਾ, ਜੋ ਨਗਰ ਨਿਗਮ ਦੀ ਅਥਾਰਟੀ 'ਚ ਆਉਂਦੇ ਨੇ, ਉਹ ਸਾਰੀਆਂ ਹੀ ਅਸੀਂ ਉਹਨਾਂ ਦੀਆਂ ਪ੍ਰਵਾਨ ਕਰਦੇ ਹਾਂ।
ਉਹਨਾਂ ਦਾ ਇਹ ਵੀ ਕਹਿਣਾ ਹੈ ਮੈਂ ਦੱਸਦਾ ਜੀ, ਤੁਸੀਂ ਉਹ ਤੋਂ ਬਾਅਦ ਸਵਾਲ ਕਰ ਲਓ। ਪਰ ਮੈਂ ਹੁਣ ਜਿਹੜੀ ਚੀਜ਼ ਲਈ ਤੁਹਾਨੂੰ ਸੱਦਿਆ ਕਿ ਇੰਨਾ ਕੁਛ ਕਰਨ ਦੇ ਬਾਵਜੂਦ ਜੇ ਫਿਰ ਵੀ ਸਵਾਲ ਜਵਾਬ ਹੋਣੇ ਨੇ, ਫਿਰ ਉਹਦੇ 'ਚ ਹੁਣ ਅਸੀਂ ਬੇਵੱਸ ਹਾਂ। ਔਰ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਕੱਲ੍ਹ ਵੀ ਕਿਹਾ ਕਿ ਹੜਤਾਲ ਕਰਾਂਗੇ, ਪਰ ਹੋ ਸਕਦਾ ਕਿ ਮੇਰੀ ਹੋਣ ਵਾਲੀ ਬੇਨਤੀ ਸੁਣ ਕੇ ਉਹਨਾਂ ਦਾ ਮਨ ਬਦਲੇ। ਮੈਂ ਨਿਮਰਤਾ ਨਾਲ ਫਿਰ ਉਹਨਾਂ ਨੂੰ ਰਿਕੁਐਸਟ ਕਰਦਾ ਕਿ ਉਹ ਆਪਣੀ ਹੜਤਾਲ ਛੱਡ ਕੇ ਲੋਕਾਂ ਦੇ ਵਿੱਚ ਜਾਣ ਔਰ ਲੋਕ ਸਾਫ ਸਫਾਈ ਜਿਹੜੀ ਕਰਨ ਔਰ ਜਿਹੜੀ ਆਪਣੀ ਡਿਊਟੀ ਉਹਨੂੰ ਪਰਫਾਰਮ ਕਰਨ। ਮੈਂ ਫਿਰ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਅਸੀਂ ਕਿਸੇ ਕਿਸਮ ਦੀ ਮੁਸ਼ਕਿਲ ਆਪਣੇ ਕਿਸੇ ਸਫਾਈ ਸੇਵਕ ਨੂੰ ਨਹੀਂ ਆਉਣ ਦੇਵਾਂਗੇ। ਪਰ ਇੱਕ ਗੱਲ ਮੈਂ ਹੁਣ ਸ਼ਹਿਰ ਨਿਵਾਸੀਆਂ ਨੂੰ ਜਿਹੜੀ ਅਪੀਲ ਕਰਨੀ ਚਾਹੁੰਦਾ, ਉਹ ਇਹ ਹੈਗੀ ਆ ਕਿ ਅਸੀਂ ਜੇ ਕੱਲ੍ਹ ਤੱਕ ਹੜਤਾਲ ਨਾ ਖੁੱਲ੍ਹੀ ਤੇ ਅਸੀਂ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੀ ਮਦਦ ਲੈ ਕੇ ਉਹਨਾਂ ਨਾਲ ਮੈਂ ਗੱਲ ਕੀਤੀ ਆ। ਮੈਂ ਆਪ, ਸਾਡੇ ਜਿਹੜੇ ਵੀ ਅਧਿਕਾਰੀ ਕਰਮਚਾਰੀ ਸਾਡਾ ਸਾਥ ਦੇਣਾ ਚਾਹੁੰਗੇ ਉਹ, ਔਰ ਸਾਡੇ ਕਾਉਂਸਲਰ ਸਾਥੀ, ਅਸੀਂ ਆਪ ਸੇਵਾ ਕਰਾਂਗੇ। ਔਰ ਕਾਰ ਸੇਵਾ ਜਿੱਦਾਂ ਹੁੰਦੀ ਹੈ ਨਾ ਗੁਰਦੁਆਰੇ ਮੰਦਰਾਂ ਦੇ ਵਿੱਚ, ਉਸ ਤਰੀਕੇ ਦੇ ਨਾਲ ਇਸ ਸ਼ਹਿਰ ਦੀ ਸਫਾਈ ਅਸੀਂ ਪਰਸੋਂ ਤੋਂ ਕਰਾਂਗੇ। ਜੇ ਇਹ ਕੱਲ੍ਹ ਹੜਤਾਲ ਖਤਮ ਨਾ ਕਰਕੇ ਸਾਡੇ ਮੁਲਾਜ਼ਮਾਂ ਨੇ ਇਸ ਹੜਤਾਲ ਨੂੰ ਅੱਗੇ ਪਾਇਆ ਤੇ ਫਿਰ ਪਰਸੋਂ ਤੋਂ ਅਸੀਂ ਸ਼ਹਿਰ ਵਾਸੀਆਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦੇਵਾਂਗੇ। ਉਹਦੇ 'ਚ ਤੁਹਾਡੇ ਮਾਧਿਅਮ ਨਾਲ ਮੇਰੀ ਹੋਰ ਵੀ ਧਾਰਮਿਕ ਸਮਾਜਿਕ ਜਾਂ ਜਿਹੜੀਆਂ ਵੀ ਇਰਰਿਸਪੈਕਟਿਵ ਆਫ ਆਲ ਪਾਰਟੀਜ਼, ਮੈਂ ਸਾਰਿਆਂ ਨੂੰ ਰਿਕੁਐਸਟ ਕਰਾਂਗਾ ਕਿ ਸਾਰੀਆਂ ਹੀ ਪਾਰਟੀਆਂ ਸਿਆਸੀ ਮਤਭੇਦਾਂ ਨੂੰ ਭੁਲਾ ਕੇ ਸਾਰੀਆਂ ਧਾਰਮਿਕ ਜਥੇਬੰਦੀਆਂ ਜਾਂ ਹੋਰ ਸਾਰੇ ਇਸ ਸ਼੍ਰੋਮਣੀ ਸ਼ਹਿਰ ਦੀ ਸਫਾਈ ਵਾਸਤੇ ਅੱਗੇ ਆਉਣ। ਔਰ ਅਸੀਂ ਪਰਸੋਂ ਤੋਂ ਆਪ ਕਰਾਂਗੇ ਔਰ ਜਿਸ ਕਿਸਮ ਦਾ ਵੀ ਸਾਡੇ ਕੋਲ ਸੇਵਾ ਹੋਏਗੀ ਅਸੀਂ ਕਰਾਂਗੇ ਔਰ ਸ਼ਹਿਰ ਵਾਸੀਆਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਨਹੀਂ ਆਉਣ ਦੇਵਾਂਗੇ। ਔਰ ਨਾਲ ਦੀ ਨਾਲ ਇੱਕ ਗੱਲ ਅੱਜ ਮੇਰੇ ਨੋਟਿਸ 'ਚ ਆਈ ਹੈ ਕਿ ਜਦੋਂ ਮੈਂ ਸਵੇਰੇ ਉੱਥੇ ਗਿਆ, ਜਿੱਦਾਂ ਮੈਂ ਸਵੇਰੇ ਵੀ ਇੱਕ ਖਦਸ਼ਾ ਜ਼ਾਹਿਰ ਕੀਤਾ ਸੀਗਾ ਕਿ ਇਹਦੇ ਵਿੱਚ ਕੋਈ ਨਾ ਕੋਈ ਸਾਡੇ ਮੁਲਾਜ਼ਮ ਬੜੇ ਭੋਲੇ ਭਾਲੇ ਨੇ, ਉਹਨਾਂ ਨੂੰ ਭੜਕਾਇਆ ਜਾ ਰਿਹਾ, ਉਹਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ। ਅਸੀਂ ਤਾਂ ਹਮੇਸ਼ਾ ਉਹਨਾਂ ਦੇ ਨਾਲ ਆ। ਉਸ ਗੱਲ ਦਾ ਮੈਨੂੰ ਸਬੂਤ ਵੀ ਦਿਸੇ ਕਿ ਉਸ ਇਕੱਠ ਦੇ ਵਿੱਚ ਮੁਲਾਜ਼ਮ ਬਹੁਤ ਘੱਟ ਸੀ ਔਰ ਬਾਹਰੀ ਲੋਕਾਂ ਨੇ ਬਹੁਤ ਵੱਡੇ ਪੱਧਰ 'ਤੇ ਉਸ ਸਵੇਰੇ ਜਿਹੜਾ ਮੈਂ ਜਿੱਥੇ ਗਿਆ ਸੀ ਉੱਥੇ ਬਾਹਰੀ ਲੋਕ ਇਕੱਠੇ ਹੋਏ ਸੀਗੇ। ਔਰ ਬਾਹਰੀ ਲੋਕਾਂ ਦੀ ਚੁੱਕ ਕਰਕੇ ਸਾਡੇ ਪਰਿਵਾਰ 'ਚ ਕਿਤੇ ਨਾ ਕਿਤੇ ਪ੍ਰੋਬਲਮ ਆਈ ਹੈ। ਜੇ ਕੱਲ੍ਹ ਵੀ ਅਸੀਂ ਵੀਡੀਓਗ੍ਰਾਫੀ ਕਰਾਵਾਂਗੇ, ਜਿਹੜੇ ਵੀ ਬਾਹਰ ਦੇ ਲੋਕ ਫੁੱਟ ਪਾਉਣਾ ਚਾਹੁੰਦੇ ਨੇ ਜਾਂ ਮੁਲਾਜ਼ਮ ਨੂੰ ਛੱਡ ਕੇ ਸਾਡੇ ਕੰਪਾਊਂਡ ਦੇ ਵਿੱਚ ਕੋਈ ਇਸ ਤਰੀਕੇ ਦਾ ਕੋਈ ਉੱਥੇ ਪ੍ਰਦਰਸ਼ਨ ਕਰਨਗੇ ਜਿਹੜਾ ਉਹਨਾਂ ਨੂੰ ਆਥੋਰਾਈਜ਼ ਨਹੀਂ ਗਾ। ਸਾਡੇ ਵਰਕਰ ਨੂੰ, ਸਾਡੇ ਮੁਲਾਜ਼ਮਾਂ ਨੂੰ, ਸਾਡੇ ਅਫਸਰਾਂ ਨੂੰ ਉਸ ਚੀਜ਼ ਦਾ ਅਧਿਕਾਰ ਆ ਹੜਤਾਲ ਕਰਨ ਦਾ, ਸਾਡੇ ਖਿਲਾਫ ਗੱਲ ਕਰਨ ਦਾ। ਉਹਨਾਂ ਦਾ ਅਸੀਂ ਸਤਿਕਾਰ ਕਰਦੇ, ਉਹਨਾਂ ਦੇ ਉਸ ਸੰਵਿਧਾਨਿਕ ਰਾਈਟ ਦਾ ਅਸੀਂ ਸਤਿਕਾਰ ਕਰਦੇ ਹਾਂ। ਪਰ ਜੇ ਕੋਈ ਬਾਹਰੀ ਅਨਸਰ ਨੌਨ ਇੰਪਲਾਈ ਜਿਹੜਾ ਕਾਰਪੋਰੇਸ਼ਨ ਦਾ ਹੋਏਗਾ, ਉਸ ਨੂੰ ਅਸੀਂ ਆਇਡੈਂਟੀਫਾਈ ਕਰਕੇ ਜੋ ਵੀ ਉਸ 'ਤੇ ਕਾਨੂੰਨੀ ਕਾਰਵਾਈ ਹੋਏਗੀ ਉਹ ਅਸੀਂ ਕਰਵਾਵਾਂਗੇ। ਔਰ ਮੇਰੀ ਉਹਨਾਂ ਨੂੰ ਤਾੜਨਾ ਵੀ ਆ ਕਿ ਸਾਡੇ ਪਰਿਵਾਰ ਦੇ ਵਿੱਚ ਫੁੱਟ ਨਾ ਪਾਉਣ ਔਰ ਸਾਡੇ ਪਰਿਵਾਰ ਨੂੰ ਸੁੱਖ ਨਾਲ ਵਸਣ ਦੇਣ। ਇਸ ਸ਼ਹਿਰ ਸ਼੍ਰੋਮਣੀ ਸ਼ਹਿਰ ਨੂੰ ਅਸੀਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਦੀ ਸੇਵਾ ਕਰ ਰਹੇ ਹਾਂ, ਇਹਦੀ ਸਾਨੂੰ ਕਰਨ ਦੇਣ। ਔਰ ਮੈਂ ਫਿਰ ਇੱਕ ਵਾਰੀ ਮੁਲਾਜ਼ਮਾਂ ਨੂੰ ਇਹੀ ਰਿਕੁਐਸਟ ਕਰਾਂਗਾ ਕਿ ਉਹ ਆਪ ਅੱਗੇ ਆ ਕੇ ਇਸ ਮਤਭੇਦਾਂ ਨੂੰ ਛੱਡਣ ਔਰ ਅੱਗੇ ਆ ਕੇ ਸਫਾਈ ਕਰਨ। ਜੇ ਤੁਸੀਂ ਅੱਜ ਇਸ ਗੁਰੂ ਦੀ ਨਗਰੀ ਦੇ ਵਿੱਚ ਆਪਣੀ ਫਰਾਖ ਦਿਲੀ ਵਿਖਾਉਂਦੇ ਹੋ ਔਰ ਅਸੀਂ ਕਿਸੇ ਕਿਸਮ ਦੀ ਕੋਈ ਕਸਰ ਨਹੀਂ ਰਹਿਣ ਦੇਵਾਂਗੇ ਔਰ ਤੁਹਾਡੀਆਂ ਹਰ ਕਿਸਮ ਦੀਆਂ ਮੰਗਾਂ ਜਿਹੜੀਆਂ ਉਹਨਾਂ ਨੂੰ ਅਸੀਂ ਪ੍ਰਵਾਨ ਕਰਾਂਗੇ ਔਰ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ। ਧੰਨਵਾਦ। ਹੁਣ ਤੁਸੀਂ ਕੋਈ ਗੱਲ ਪੁੱਛਣੀ ਹੋਵੇ ਤੇ। ਮੇਅਰ ਸਾਹਿਬ ਉਹ ਕਹਿ ਰਹੇ ਨੇ ਕਿ 195 ਜਿਹੜੇ ਸੀਵਰਮੈਨ ਨੇ ਔਰ ਜਿਹੜੇ 46 ਮੁਲਾਜ਼ਮ ਕੋਵਿਡ ਦੇ ਟਾਈਮ ਤੇ ਰੱਖੇ ਸੀਗੇ ਉਹਨਾਂ ਨੂੰ ਮਤਲਬ ਕੱਢ ਦਿੱਤਾ। ਮੈਂ ਤੁਹਾਨੂੰ ਇਹ ਗੱਲ ਦੱਸ ਰਿਹਾ ਕਿ ਆਹ ਨੋਟਿਸ ਆ, ਇਹ ਨੋਟਿਸ ਪੜ੍ਹ ਲਓ ਕਿ ਕੀ ਨੋਟਿਸ ਦੇ ਕੇ ਗਏ ਨੇ। ਇਹ ਨੋਟਿਸ ਦੇ ਵਿੱਚ ਜਿਹੜੀਆਂ ਮੰਗਾਂ ਨੇ ਅਸੀਂ ਸਾਰੀਆਂ ਮੰਨ ਲਾਂਗੇ। ਕੋਵਿਡ ਦੇ ਵਿੱਚ ਅਸੀਂ ਜਿਹੜੇ ਬੰਦੇ, ਸਿਰਫ 46 ਬੰਦਿਆਂ ਦੀ ਪ੍ਰੋਬਲਮ ਸਾਨੂੰ ਕੋਵਿਡ ਦੇ ਵਿੱਚ, ਅਸੀਂ ਕਾਰਪੋਰੇਸ਼ਨ ਨੇ ਕੋਈ ਬੰਦਾ ਨਹੀਂ ਰੱਖਿਆ। ਤੁਹਾਡੇ ਮਾਧਿਅਮ ਨਾਲ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਔਰ ਯੂਨੀਅਨ ਲੀਡਰ ਨੂੰ ਇਹ ਦੱਸਣਾ ਚਾਹੁੰਦਾ ਕਿ ਉਹ ਸਰਵਿਸ ਪ੍ਰੋਵਾਈਡਰ ਨੇ ਸਾਨੂੰ ਬੰਦੇ ਪ੍ਰੋਵਾਈਡ ਕਰਾਏ ਸੀਗੇ। ਨਗਰ ਨਿਗਮ ਨੇ ਇੱਕ ਵੀ ਭਰਤੀ ਨਹੀਂ ਕੀਤੀ, ਇੱਕ ਵੀ ਬੰਦਾ ਨਹੀਂ ਰੱਖਿਆ ਔਰ ਉਹਨਾਂ ਨੂੰ ਦੱਸ ਕੇ ਸਿਰਫ ਕੋਵਿਡ ਦੇ ਦੌਰਾਨ ਸਪਰੇਅ ਵਾਸਤੇ ਰੱਖਿਆ ਗਿਆ ਸੀ। ਉਹਦੇ ਵਿੱਚੋਂ ਵੀ ਅਸੀਂ ਲਗਭਗ ਕੋਈ 100 ਤੋਂ ਵੱਧ ਬੰਦਾ ਜਿਹੜਾ 125 ਬੰਦਾ ਹੀ ਸਾਡੇ 'ਚ ਕੰਮ ਕਰ ਰਿਹਾ। 45-46 ਬੰਦਿਆਂ ਦੀ ਪ੍ਰੋਬਲਮ ਆ। ਉਹ ਵੀ ਮੈਂ ਆਸ਼ਵਾਸਨ ਦਿੱਤਾ ਕਿ ਜਦੋਂ ਵੀ ਨਗਰ ਨਿਗਮ 'ਚ ਕਿਤੇ ਵੀ ਵਰਕਫੋਰਸ ਦੀ ਲੋੜ ਹੋਏਗੀ ਪਹਿਲ ਉਹਨਾਂ ਨੂੰ ਦਿੱਤੀ ਜਾਏਗੀ। ਧੀਰੇ ਧੀਰੇ ਅਸੀਂ ਉਹਨਾਂ ਨੂੰ ਵੀ ਐਡਜਸਟ ਕਰਾਂਗੇ। ਇਸ ਤੋਂ ਇਲਾਵਾ ਜਿਹੜੀ ਤੁਸੀਂ ਸੀਵਰਮੈਨਾਂ ਦੀ ਗੱਲ ਕਰਦੇ ਹੋ, ਸਾਡਾ ਕੋਈ ਇੰਪਲੋਈ ਨਹੀਂ ਗਾ। ਸੀਵਰਮੈਨ ਸੁਸਾਇਟੀਆਂ ਦੇ ਵਿੱਚ, ਮਹੱਲਾ ਸੁਧਾਰ ਸੁਸਾਇਟੀਆਂ 'ਚ ਕੰਮ ਕਰਦੇ ਨੇ। ਪਰ ਅਸੀਂ ਇਨਸਾਨੀਅਤ ਦੇ ਨਾਤੇ 2018 ਦੇ ਵਿੱਚ ਉਹਨਾਂ ਦਾ ਵੀ ਮਤਾ ਪਾ ਕੇ ਭੇਜਿਆ ਸੀਗਾ ਕਿ ਸਰਕਾਰ ਇਹਨਾਂ ਨੂੰ ਪੱਕਿਆਂ ਕਰੇ।
ਇਹ ਸਾਰੀਆਂ ਗੱਲਾਂ ਨੇ, ਇਹ ਸਾਰੀ ਜਨਤਾ ਦੇ ਵਿੱਚ ਜਾਣੀਆਂ ਬੜੀਆਂ ਜ਼ਰੂਰੀ ਨੇ। ਜਿਹੜੇ ਬੰਦੇ ਪ੍ਰਾਈਵੇਟ ਨੇ, ਸਾਡੇ ਪੇਰੋਲ ਤੇ ਨਹੀਂ ਨੇ, ਕਾਰਪੋਰੇਸ਼ਨ ਦੇ ਮੁਲਾਜ਼ਮ ਨਹੀਂ ਨੇ, ਉਹਨਾਂ ਨੂੰ ਅੱਜ ਢਾਲ ਬਣਾਇਆ ਜਾ ਰਿਹਾ। ਔਰ ਮੈਂ ਸਮਝਦਾ ਕਿ ਉਹਨਾਂ ਨੂੰ ਵੀ ਸਿਆਣਪ ਤੋਂ ਕੰਮ ਲੈਣਾ ਚਾਹੀਦਾ। ਜਿਹੜਾ ਅੱਜ ਜਿਸ ਬੰਦੇ ਨੂੰ ਵਰਕ ਕਲਚਰ ਨਹੀਂ, ਆਪਣੀ ਨਗਰ ਨਿਗਮ ਦੇ ਕਾਇਦੇ ਕਾਨੂੰਨਾਂ ਦਾ ਕੋਈ ਇੱਜ਼ਤ ਨਹੀਂ, ਉਸ ਨੂੰ ਅਸੀਂ ਅੱਜ ਜੇ ਡਿਊਟੀ ਦੇ ਵੀ ਦੇਵਾਂਗੇ, ਨੌਕਰੀ ਦੇ ਵੀ ਦੇਵਾਂਗੇ, ਤੇ ਫਿਰ ਕਾਰਪੋਰੇਸ਼ਨ ਦੇ ਵਿੱਚ ਇੱਦਾਂ ਦਾ ਮਾਹੌਲ ਨਹੀਂ ਅਸੀਂ ਕ੍ਰੀਏਟ ਕਰਨਾ। ਜਿਹੜਾ ਕਾਰਪੋਰੇਸ਼ਨ ਦੇ ਵਿੱਚ ਫਿੱਟ ਪਾਇਆ ਜਾਏਗਾ, ਜਿਹੜਾ ਇਸ ਕਾਰਪੋਰੇਸ਼ਨ ਨੂੰ ਆਪਣਾ ਪਰਿਵਾਰ ਸਮਝ ਕੇ ਇੱਥੇ ਸੁੱਖ ਸ਼ਾਂਤੀ ਨਾਲ ਕੰਮ ਕਰਨਾ ਚਾਹੇਗਾ, ਉਸ ਬੰਦੇ ਨੂੰ ਅਸੀਂ ਜ਼ਰੂਰ ਐਡਜਸਟ ਕਰਾਂਗੇ। ਜਿੰਨੇ ਨੇਤਾਗਿਰੀ ਕਰਨੀ ਆ, ਉਹ ਕਿਤੇ ਹੋਰ ਆਪਣੀ ਜਗ੍ਹਾ ਲੱਭ ਸਕਦਾ। ਮੇਰ ਸਾਹਿਬ ਉਹਨਾਂ ਦਾ ਕਹਿਣਾ ਹੈ ਕਿ ਜੇ ਮੇਰ ਸਾਹਿਬ ਸਾਡੇ ਨਾਲ ਨੇ ਤੇ ਉਹ ਸਾਡੇ ਨਾਲ ਆ ਕੇ ਹੜਤਾਲ ਤੇ ਬੈਠਣ। ਮੇਅਰ ਹੜਤਾਲਾਂ 'ਚ ਬਹਿੰਦਾ ਹੁੰਦਾ, ਮੈਂ ਤਾਂ ਫਿਰ ਉਹਨਾਂ ਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਇਆ। ਮੇਅਰ ਬਣਿਆ ਵਾ ਲੋਕਾਂ ਦੀ ਸੇਵਾ ਕਰਨ ਲਈ, ਹੜਤਾਲਾਂ ਕਰਨ ਲਈ ਨਹੀਂ ਬਣਿਆ। ਸੋ ਮੈਂ ਜਦੋਂ ਹੜਤਾਲ ਦਾ ਮਤਲਬ ਹੀ ਨਹੀਂ ਰਹਿ ਜਾਂਦਾ, ਜਦੋਂ ਉਹਨਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ, ਫਿਰ ਕਿਹੜੀ ਹੜਤਾਲ ਆ। ਮੇਅਰ ਸਾਹਿਬ ਜਿਹੜੇ ਸੈਂਟਰੀ ਇੰਸਪੈਕਟਰ ਦੇ ਇਲਜ਼ਾਮ ਲਗਾ ਰਹੇ ਨੇ, ਸੁਪਰਵਾਈਜ਼ਰ ਤੇ ਇਲਜ਼ਾਮ ਲਗਾ ਰਹੇ ਨੇ ਕਿ ਇਹ ਜਿਹੜੇ ਸਫਾਈ ਸੇਵਕਾਂ ਤੋਂ 1-1 ਲੱਖ ਰੁਪਇਆ ਲੈ ਕੇ ਇਹਨਾਂ ਨੂੰ ਅਜੇ ਤੱਕ ਬਹਾਲ ਨਹੀਂ ਕੀਤਾ ਗਿਆ। ਉਸ ਮੁੱਦੇ ਦੇ ਇਹ ਦੇਖੋ, ਇਹ ਪਹਿਲੀ ਗੱਲ ਤੇ ਕਿ ਇਹਨਾਂ ਦਾ ਪਰਿਵਾਰਕ ਮੁੱਦਾ ਵਾ। ਅਸੀਂ ਇਲੈਕਟਡ ਲੋਕ ਆ, ਇਹਨਾਂ ਨੇ ਇੱਥੇ ਸਾਰੇ EMPLOYEES ਨੇ ਹਮੇਸ਼ਾ ਕੰਮ ਕਰਨਾ। ਇਹਨਾਂ ਦਾ ਆਪਸ 'ਚ ਕਈ ਵਾਰੀ ਮਤਭੇਦ ਹੁੰਦੇ, ਓਵਰਨਾਈਟ ਹੀ ਇਹਨਾਂ ਦੇ ਫੈਸਲੇ ਹੋ ਜਾਂਦੇ। ਮੈਂ ਇਹਦੇ ਵਿੱਚ ਦਖਲਅੰਦਾਜ਼ੀ ਨਹੀਂ ਦੇਣਾ ਚਾਹੁੰਦਾ, ਪਰ ਫਿਰ ਵੀ ਜੇ ਸੈਨੇਟਰੀ ਇੰਸਪੈਕਟਰ ਚਾਹੁੰਗੇ ਜਾਂ ਇਹ ਮੁਲਾਜ਼ਮ ਚਾਹੁੰਗੇ, ਅਸੀਂ ਨਿਰਪੱਖ ਜਾਂਚ ਕਰਾ ਕੇ ਜੋ ਵੀ ਕਾਰਵਾਈ ਬਣਦੀ ਹੋਏਗੀ, ਅਸੀਂ ਉਹਦੀ ਕਾਰਵਾਈ, ਡਿਪਾਰਟਮੈਂਟਲ ਕਾਰਵਾਈ ਵੀ ਕਰਾਂਗੇ, ਪੁਲਿਸ ਦੀ ਕਾਰਵਾਈ ਵੀ ਕਰਾਂਗੇ। ਮੇਰ ਸਾਹਿਬ ਜਿੱਦਾਂ ਤੁਸੀਂ ਕਿਹਾ ਕਿ ਇਹ ਜਿਹੜੇ ਬੰਦੇ ਨੇ ਇਹਨਾਂ ਤੇ ਆਪਾਂ ਸੈਂਟਰੀ ਇੰਸਪੈਕਟਰਾਂ ਦੇ ਉੱਤੇ ਕਾਰਵਾਈ ਕਰਾਂਗੇ, ਪਰ ਤੁਹਾਨੂੰ ਲੱਗਦਾ ਨਹੀਂ ਕਿ ਨਿਗਮ ਦੇ ਅਧਿਕਾਰੀਆਂ ਨੂੰ ਇਸ ਤਰ੍ਹਾਂ ਪੈਸੇ ਦੀ ਡਿਮਾਂਡ ਕਰਨਾ ਨਿਗਮ ਵਾਸਤੇ ਬੜੀ ਮਾੜੀ ਗੱਲ ਹੈ? ਦੇਖੋ, ਇੱਥੇ ਆਪਾਂ ਮੁੱਦੇ ਤੇ ਰਹੀਏ। ਪੈਸੇ ਦੀ, ਮੈਂ ਤੁਹਾਡੇ ਕੋਲ ਪੈਸੇ ਦੀ ਡਿਮਾਂਡ ਕਰਾਂਗਾ, ਉਹ ਵੀ ਬੜੀ ਮਾੜੀ ਗੱਲ ਆ। ਤੁਸੀਂ ਮੇਰੇ ਤੋਂ ਕਰੋਗੇ, ਉਹ ਵੀ ਬੜੀ ਮਾੜੀ ਗੱਲ ਆ। ਮੈਂ ਤੁਹਾਨੂੰ ਇੱਕ ਗੱਲ ਜ਼ਿੰਮੇਵਾਰੀ ਨਾਲ ਕਹਿ ਰਿਹਾ ਕਿ ਜਿਹੜੀ ਸਾਡੇ ਕੋਲ ਕੋਈ ਵੀ ਸ਼ਿਕਾਇਤ ਆਏਗੀ, ਇੱਥੇ ਅੱਜ ਜਿਹੜਾ ਜ਼ਮਾਨਾ 100 ਦੇ ਵਿੱਚੋਂ 99 ਫਰਜ਼ੀ ਸ਼ਿਕਾਇਤਾਂ ਹੁੰਦੀਆਂ ਨੇ, ਇੱਕ ਦੂਜੇ ਨਾਲ ਅੱਜ ਕੱਲ੍ਹ ਰੰਜਿਸ਼ਬਾਜ਼ੀ ਦੀਆਂ ਨੇ। ਇਹ ਡਾਟਾ ਪ੍ਰੂਵ ਹੋ ਚੁੱਕਾ ਵਾ। ਸੋ ਇਹ ਨਹੀਂਗਾ ਕਿ ਅੱਜ ਜਿਹੜੀ ਸ਼ਿਕਾਇਤ ਆਈ ਨਗਰ ਨਿਗਮ ਨੇ ਉਹਦੇ ਉੱਤੇ ਉਸੇ ਵੇਲੇ ਕੋਈ ਐਕਸ਼ਨ ਕਰਨਾ। ਉਹਦੇ ਉੱਤੇ ਕਮੇਟੀਆਂ ਬਣਦੀਆਂ ਨੇ, ਉਹਦੇ ਉੱਤੇ ਸਾਡੇ ਸੀਨੀਅਰ ਅਧਿਕਾਰੀ ਉਹਦੀ ਜਾਂਚ ਕਰਦੇ ਨੇ। ਜੇ ਫਿਰ ਵੀ ਕੋਈ ਤਸੱਲੀ ਨਾ ਹੋਵੇ ਤਾਂ ਅਸੀਂ ਉਹ ਜਾਂਚ ਪੁਲਿਸ ਨੂੰ ਦੇ ਦਾਂਗੇ। ਜਿਹੜੇ ਵੀ ਡਿਪਾਰਟਮੈਂਟ ਨੂੰ ਕਿਸੇ ਨੂੰ ਜਾਂਚ ਚਾਹੀਦੀ ਹੋਏਗੀ, ਅਸੀਂ ਦੇ ਦਾਂਗੇ। ਔਰ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋਏਗਾ, ਕਿਸੇ ਬੰਦੇ ਨਾਲ ਕੋਈ ਵਧੀਕੀ ਨਹੀਂ ਹੋਏਗੀ। ਪਰ ਇਹ ਸਾਰੀਆਂ ਚੀਜ਼ਾਂ ਫਿਰ ਵੀ ਐਡਮਿਨਿਸਟ੍ਰੇਸ਼ਨ ਦਾ ਪ੍ਰੀਵਿਊ ਆ, ਐਗਜ਼ੈਕਟਿਵ ਦਾ ਪ੍ਰੀਵਿਊ ਆ। ਇਹਦੇ ਵਿੱਚ ਮੈਂ ਬਹੁਤੀਆਂ ਗੱਲਾਂ ਨਹੀਂ ਕਰਨੀਆਂ। ਇਹ ਜੋ ਵੀ ਕਾਇਦੇ ਕਾਨੂੰਨ ਦੇ ਨਾਲ ਜੋ ਹੁੰਦਾ, ਜੋ ਸਾਡੇ ਸਰਵਿਸ ਰੂਲ ਨੇ ਜਾਂ ਜੋ ਸਰਕਾਰ ਵੱਲੋਂ ਸੁਝਾਏ ਰੂਲਸ ਨੇ, ਉਹਨਾਂ ਦੇ ਅਨੁਸਾਰ ਜੋ ਕਾਰਵਾਈ ਬਣੇਗੀ ਉਹ ਐਗਜ਼ੈਕਟਿਵ ਪੱਖ ਤੋਂ ਕਰ ਦਿੱਤੀ ਜਾਏਗੀ। ਸਰ, ਮੁਲਾਜ਼ਮਾਂ ਵੱਲੋਂ ਕਿਹਾ ਜਾ ਰਿਹਾ ਕਿ 800 ਮੁਲਾਜ਼ਮ ਪੱਕੇ ਕੀਤੇ ਜਾਣ, ਇਹਦੇ ਬਾਰੇ ਕੀ? 800 ਮੁਲਾਜ਼ਮ ਪੱਕੇ ਨਹੀਂ ਕਰਤੇ ਜਾਣ। ਪਹਿਲਾਂ ਤੁਹਾਡੀ ਸਾਰਿਆਂ ਦੀ ਇਨਫੋਰਮੇਸ਼ਨ ਜ਼ਰੂਰੀ ਚਾਹੀਦੀ। ਉਹਨਾਂ ਕਿਹਾ 800 ਮੁਲਾਜ਼ਮ ਦੀ ਭਰਤੀ ਕੀਤੀ ਜਾਵੇ। ਮੈਂ ਕਹਿੰਦਾ ਕਿ 800 ਨਹੀਂ, ਸਾਨੂੰ 2000 ਮੁਲਾਜ਼ਮ ਚਾਹੀਦਾ। ਅਸੀਂ 2000 ਮੁਲਾਜ਼ਮ ਦੀ ਭਰਤੀ ਕਰਾਂਗੇ, ਪਰ ਉਸ ਭਰਤੀ ਦੇ ਵਾਸਤੇ ਸਾਨੂੰ ਪੰਜਾਬ ਸਰਕਾਰ ਦੀ ਮਨਜ਼ੂਰੀ ਦੀ ਲੋੜ ਆ। ਪੰਜਾਬ ਸਰਕਾਰ ਵੱਲੋਂ ਉਹ ਭਰਤੀ ਹੁੰਦੀ ਆ। ਅਸੀਂ 800 ਦੀ ਜਗ੍ਹਾ 'ਤੇ 2000 ਬੰਦੇ ਦੀ ਭਰਤੀ ਦੀ ਡਿਮਾਂਡ ਸਰਕਾਰ ਤੋਂ ਕਰਾਂਗੇ। ਮੈਂ ਤੁਹਾਨੂੰ ਇਹੀ ਕਿਹਾ ਕਿ ਅਸੀਂ ਇਹਨਾਂ ਕੋਲ ਬੜੇ ਹਾਫ ਡਾਟੇ ਨੇ, ਇਹਨਾਂ ਨੂੰ ਪੂਰੀ ਨੌਲੇਜ ਨਹੀਂ, ਇਹ ਆਪਣਾ ਨੁਕਸਾਨ ਆਪ ਕਰਾ ਰਹੇ ਨੇ। 800 ਦੀ ਥਾਂ 'ਤੇ ਅਸੀਂ 2000 ਬੰਦਾ ਰੱਖਣ ਦੀ ਸਿਫਾਰਿਸ਼ ਕਰਾਂਗੇ। ਸਰ, ਤੁਹਾਡੇ ਅਧਿਕਾਰ 'ਚ ਜਿਹੜੀਆਂ ਮੰਗਾਂ ਆਉਣਗੀਆਂ ਉਹੀ ਪੂਰੀਆਂ ਹੋਣਗੀਆਂ, ਇਸ ਤੋਂ ਇਲਾਵਾ ਕੋਈ ਪੂਰੀ ਨਹੀਂ? ਹੁਣ ਜਿਹੜੀ ਮੇਰੇ ਅਧਿਕਾਰ 'ਚ ਆਉਂਦੀ ਮੈਂ ਉਹੀ ਕਰ ਸਕਦਾ, ਅਤੇ ਜਿਹੜੀਆਂ ਸਾਡੇ ਅਧਿਕਾਰ 'ਚ ਆਉਂਦੀਆਂ ਉਹ ਸਾਰੀਆਂ 100% ਅਸੀਂ ਇਹਨਾਂ ਦੀਆਂ ਮੰਗਾਂ ਅੱਜ ਮੰਨ ਲਈਆਂ। ਪਰ ਜੇ ਫਿਰ ਵੀ ਉਸ ਚੀਜ਼ ਨੂੰ ਨਹੀਂ ਸੰਜੀਦਗੀ ਨਾਲ ਲਿਆ ਜਾਏਗਾ ਤੇ ਫਿਰ ਕਾਨੂੰਨ ਆਪਣਾ ਕੰਮ ਕਰੇਗਾ। ਕਾਨੂੰਨ ਦੇ ਅਨੁਸਾਰ ਕੱਲ੍ਹ ਤੋਂ ਜੋ ਵੀ ਕਾਨੂੰਨੀ ਕਾਰਵਾਈ ਬਣੇਗੀ, ਜੇ ਕੱਲ੍ਹ ਤੋਂ ਬਾਅਦ ਹੜਤਾਲ ਨਹੀਂ ਖੁੱਲ੍ਹਦੀ, ਫਿਰ ਕਾਨੂੰਨ ਆਪਣਾ ਕੰਮ ਕਰੇਗਾ। ਅੰਮ੍ਰਿਤਸਰ ਪੇਜ ਤੇ ਸਾਰੇ ਲੋਕਾਂ ਦਾ ਸਵਾਗਤ ਹੈ। ਨਗਰ ਨਿਗਮ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਮੇਰੇ ਨਾਲ ਜੁੜੇ ਨੇ, ਜਿਨ੍ਹਾਂ ਨੇ ਪਿੱਛੇ 30 ਸਾਲ ਤੋਂ ਕਾਂਗਰਸ ਦੇ ਵਿੱਚ ਸੇਵਾ ਕਰਦੇ ਆ ਰਹੇ ਤੇ ਬਤੌਰੇ ਮੇਅਰ ਵੀ ਇਸ ਵੇਲੇ ਬੜਾ ਚੰਗਾ ਸਮਾਂ ਹੰਢਾ ਰਹੇ ਆ ਔਰ ਸ਼ਹਿਰ ਨੂੰ ਸਵਾਰ ਕੇ ਅੱਗੇ ਵੀ ਲੈ ਕੇ ਆ ਰਿਹਾ। ਮੇਰੇ ਸਾਹਿਬ, ਤੁਹਾਡਾ ਸਵਾਗਤ ਹੈ ਅੰਮ੍ਰਿਤਸਰ ਪੇਜ ਤੇ। ਥੈਂਕ ਯੂ। ਮੇਰੇ ਸਾਹਿਬ, 2 ਮਹੀਨੇ ਤੋਂ ਇੱਕ ਛੋਟਾ ਜਿਹਾ ਵਿਵਾਦ ਚੱਲ ਰਿਹਾ, ਜਿਹਦੇ ਵਿੱਚ 4-5 ਮੀਟਿੰਗਾਂ ਵੀ ਹੋਈਆਂ ਨੇ, ਤੇ ਤੁਸੀਂ ਅੱਜ ਮਿਲ ਕੇ ਵੀ ਉਹਨਾਂ ਨਾਲ ਆਇਓ ਬੜੇ ਨਰਮਤਾ ਦੇ ਨਾਲ, ਤੇ ਅੱਜ ਦੇ ਜੋ ਹਾਲਾਤ ਨੇ ਉਹ ਤੁਹਾਡੇ ਸਾਹਮਣੇ ਨੇ। ਦੇਖੋ, ਮੈਂ ਉਹਦੇ 'ਤੇ ਸਾਰਾ ਡਿਟੇਲ 'ਚ ਤੁਹਾਨੂੰ ਇਨਫੋਰਮੇਸ਼ਨ ਦੇ ਦਿੱਤੀ ਆ। ਸਿਰਫ ਮੇਰਾ ਇੱਕ ਹੀ ਮੁੱਦਾ ਸੀ, ਜਿਸ ਤੋਂ ਮੇਰੀ ਉਹਨਾਂ ਦੇ ਨਾਲ ਜਿਹੜਾ ਮੇਰਾ ਇੱਕ ਮੁੱਦਾ ਸੀ ਮੇਰੇ ਵੱਲੋਂ, ਬਾਕੀ ਤਾਂ ਇਹਨਾਂ ਦੇ ਜਾਤੀ ਕਈ ਪ੍ਰੋਬਲਮਸ ਹੋਣਗੀਆਂ।
ਮੈਂ ਇਹਨਾਂ ਨੂੰ ਇਹੀ ਰਿਕੁਐਸਟ ਕੀਤੀ ਸੀਗੀ ਕਿ ਜਿਹੜਾ ਵਰਕਸ਼ਾਪ 'ਚ ਡੀਜ਼ਲ ਆ ਉਹਦੀ ਨਜਾਇਜ਼ ਵਰਤੋਂ, ਗਲਤ ਵਰਤੋਂ ਕਿਤੇ ਹੋ ਰਹੀ ਸੀਗੀ, ਔਰ ਉਹ ਬਾਕੀ ਡਿਪਾਰਟਮੈਂਟਾਂ 'ਚ ਵੀ ਹੋ ਰਹੀ ਸੀ। ਉਹ ਜ਼ਰੂਰੀ ਨਹੀਂ ਕਿ ਵਰਕਸ਼ਾਪ 'ਚ ਹੋ ਰਹੀ ਸੀ, ਔਰ ਸਾਰਾ ਉਸ ਚੀਜ਼ ਦਾ ਜਿਹੜਾ ਖਮਿਆਜਾ ਸੀ ਉਹ ਵਰਕਸ਼ਾਪ ਨੂੰ ਜਾਂ ਸਾਡੇ ਸੈਨੀਟੇਸ਼ਨ ਜਾਂ ਸਾਡੇ ਡਰਾਈਵਰਾਂ ਨੂੰ ਹੀ ਭੁਗਤਣਾ ਪੈ ਰਿਹਾ ਸੀ। ਉਹਦੇ 'ਤੇ ਮੈਂ ਉਹਨਾਂ ਤੋਂ ਆਪਣਾ ਸਹਿਯੋਗ ਮੰਗਿਆ ਸੀ, ਔਰ ਮੈਨੂੰ ਖੁਸ਼ੀ ਇਸ ਗੱਲ ਦੀ ਕਿ ਉਹਦੇ 'ਚ ਮੇਰੀ ਸਾਰਿਆਂ ਨੇ ਮੇਰਾ ਸਹਿਯੋਗ ਦਿੱਤਾ। ਜਿੱਥੇ ਸਾਡੀ 4000 ਜਾਂ 4100 ਲੀਟਰ ਰੋਜ਼ ਦੀ ਵਰਤੋਂ ਹੋ ਰਹੀ ਸੀ, ਉਹ ਐਵਰੇਜ ਹੁਣ ਸਾਡੀ 2000 ਲੀਟਰ 'ਤੇ ਆ ਗਈ। ਅਸੀਂ ਲਗਭਗ 50 ਲੱਖ ਰੁਪਇਆ ਮਹੀਨੇ ਦਾ ਉਹਦੇ 'ਚ ਸੇਵ ਕੀਤਾ, ਔਰ ਉਹਦਾ ਸਿਹਰਾ ਸਾਡੀ ਸਾਰੀ ਟੀਮ, ਜਿੰਨੇ ਵੀ ਇਹ ਮੇਰੇ ਭਰਾ ਨੇ ਯੂਨੀਅਨ ਵਾਲੇ ਜਾਂ ਹੋਰ ਜਿਨ੍ਹਾਂ ਨੇ ਸਾਡਾ ਇਸ ਚੀਜ਼ ਲਈ ਸਾਥ ਦਿੱਤਾ, ਸਾਡੇ ਆਫਿਸਰਾਂ ਨੇ, ਉਹਨਾਂ ਦਾ ਮੈਂ ਧੰਨਵਾਦੀ ਹਾਂ ਕਿ ਅੰਮ੍ਰਿਤਸਰ ਦੇ ਵਿੱਚ 50 ਲੱਖ ਰੁਪਇਆ ਬਹੁਤ ਵੱਡੀ ਇੱਕ ਅਮਾਊਂਟ ਆ ਮਹੀਨੇ ਦੀ। ਉਸ ਚੀਜ਼ ਦਾ ਇਹਨਾਂ ਦੇ ਸਿਰ ਸਿਹਰਾ ਜਾਂਦਾ ਕਿ ਇਹਨਾਂ ਨੇ ਸਾਡੀ ਉਨੀ ਡੀਜ਼ਲ ਦੀ ਬਚਤ ਕਰਵਾਈ। ਔਰ ਉਹਦੇ 'ਚ ਪਹਿਲਾਂ ਉਹਨਾਂ ਨੂੰ ਮੇਰੀ ਗੱਲ ਸਮਝ ਨਹੀਂ ਆਈ, ਉਹਦੇ 'ਚ ਵਾਦ ਵਿਵਾਦ ਸੀ, ਪਰ ਜਦੋਂ ਅਸੀਂ ਇੱਕ ਟੇਬਲ 'ਤੇ ਬੈਠ ਕੇ ਸਾਰੀ ਗੱਲਬਾਤ ਇੱਕ ਕੀਤੀ, ਫਿਰ ਉਹ ਮੇਰੀ ਗੱਲ ਨਾਲ ਸਹਿਮਤ ਹੋਏ ਔਰ ਉਹਨਾਂ ਨੇ ਸਾਡਾ ਸਾਥ ਦਿੱਤਾ। ਹੁਣ ਵੀ ਛੋਟੀਆਂ ਮੋਟੀਆਂ ਗੱਲਾਂ ਨੇ ਮੇਰੇ ਵੱਲੋਂ, ਸਾਡਾ ਪਰਿਵਾਰ ਆ। ਮੈਂ ਅੱਜ ਨਿਮਰਤਾ ਨਾਲ ਜਾ ਕੇ ਵੀ ਕਹਿ ਕੇ ਆਇਆ ਸੀਗਾ ਕਿ ਮੇਰੀ ਕੋਈ ਪ੍ਰੈਸਟੀਜ ਨਹੀਂ, ਕੋਈ ਹੰਕਾਰ ਨਹੀਂ, ਕੋਈ ਗੱਲ ਨਹੀਂ। ਉਹ ਸਾਰੀਆਂ ਗੱਲਾਂ ਮੈਂ ਉੱਥੇ ਜਾ ਕੇ ਵੀ ਡਿਮਾਂਡਸ ਮੰਨ ਕੇ ਆਇਆ ਸੀ। ਉਸ ਤੋਂ ਬਾਅਦ ਵੀ ਜੇ ਇਹ ਹੜਤਾਲ ਕੰਟੀਨਿਊ ਕੀਤੀ ਜਾਂਦੀ ਹੈ, ਫਿਰ ਬਹੁਤ ਹੀ ਮੈਂ ਸਮਝਦਾ ਕਿ ਮੰਦਭਾਗੀ ਗੱਲ ਆ। ਔਰ ਜਿਹੜੀ ਮੇਰਾ ਇੰਨਾ ਚੁੱਕਣਾ, ਇੰਨਾ ਜਾ ਕੇ ਰਿਕੁਐਸਟ ਕਰਨਾ, ਫਿਰ ਉਸ ਚੀਜ਼ ਦੀ ਵੀ ਰਿਸਪੈਕਟ ਨਾ ਹੋਣੀ, ਉਸ ਚੀਜ਼ ਦਾ ਮੇਰੇ ਮਨ ਨੂੰ ਇੱਕ ਜ਼ਰੂਰ ਕਿਤੇ ਨਾ ਕਿਤੇ ਗਰਜ ਰਹੇਗਾ। ਮੇਰੇ ਸਾਹਿਬ, ਜਿਹੜੇ ਤੁਸੀਂ ਉੱਥੇ ਇੱਕ ਸ਼ਬਦ ਯੂਜ਼ ਕੀਤੇ ਕਿ ਮੈਂ ਤੁਹਾਡੇ ਪੈਰ ਧੋ ਕੇ ਵੀ ਪੀਵਾਂ, ਤੇ ਇਹ ਥੋੜ੍ਹਾ ਬਹੁਤ ਵੱਡਾ ਦਿਲ ਹੁੰਦਾ ਕਿ ਇਨਸਾਨ ਜਾ ਕੇ ਇੰਨੀ ਗੱਲ ਕਹਿੰਦਾ, ਪਰ ਉਸ ਤੋਂ ਬਾਅਦ ਵੀ ਜਿਹੜੀ ਗੱਲ ਸੁਣਨ ਨੂੰ ਮਿਲੀ ਆ ਤੇ ਤੁਹਾਡੇ ਇਸ ਵੇਲੇ ਮੈਨੂੰ ਥੋੜ੍ਹੇ ਤਿੱਖੇ ਤੇਵਰ ਨਜ਼ਰ ਆਏ ਆ, ਇਹਦਾ ਕੀ ਕਾਰਨ ਹੈ? ਕੋਈ ਤਿੱਖੇ ਤੇਵਰ ਨਹੀਂ ਗਏ। ਤਿੱਖੇ ਤੇਵਰ ਲੋਕਾਂ ਨੂੰ ਵਿਖਾਏ ਜਾਂਦੇ, ਆਪਣੇ ਪਰਿਵਾਰ ਨੂੰ ਨਹੀਂ ਵਿਖਾਏ ਜਾਂਦੇ। ਪਰ ਵੇਖੋ, ਜੇ ਮੈਂ ਗੱਲ ਵੱਡੀ ਕਰਕੇ ਆਇਆ ਕਿ ਮੈਂ ਤੁਹਾਡੇ ਪੈਰ ਧੋ ਕੇ ਵੀ ਚਰਨਾਮਤ ਪੀਣ ਨੂੰ ਤਿਆਰ ਹਾਂ, ਤੇ ਇਹ ਜੇ ਵੱਡਾ ਦਿਲ ਕਹਿਣ ਲਈ ਚਾਹੀਦਾ, ਤੇ ਉਹਨੂੰ ਸਮਝਣ ਲਈ ਵੀ ਇੱਕ ਵਿਸ਼ਾਲ ਹਿਰਦਾ, ਵਿਸ਼ਾਲ ਦਿਲ ਚਾਹੀਦਾ। ਉਹਨਾਂ ਨੂੰ ਵੀ ਇਹਨਾਂ ਚੀਜ਼ਾਂ ਨੂੰ ਨਿਮਰਤਾ ਨਾਲ ਸਮਝਣਾ ਚਾਹੀਦਾ ਵਾ। ਪਰ ਜਿਸ ਤਰੀਕੇ ਦੇ ਨਾਲ ਉਹਨਾਂ ਮੇਰੀ ਭਾਵਨਾ ਨੂੰ ਲਿਆ ਵਾ, ਉਹ ਜ਼ਰੂਰ ਮੈਨੂੰ ਠੇਸ ਪਹੁੰਚੀ। ਮੇਰੇ ਸਾਹਿਬ, ਤੁਸੀਂ ਇੱਕ ਹੋਰ ਗੱਲ ਕੀਤੀ ਹੈ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਜਿਨ੍ਹਾਂ ਦਾ ਅਧਿਕਾਰ ਨਹੀਂ ਸੀ, ਉਹ ਵੀ ਲੋਕ ਆ ਕੇ ਉੱਥੇ ਧਰਨੇ 'ਤੇ ਬੈਠੇ ਸੀ। ਤੁਸੀਂ ਕਿਹਾ ਵੀਡੀਓਗ੍ਰਾਫੀ ਕਰਾਈ ਹੈ। ਦੇਖੋ, ਜਿਹੜੇ ਲੋਕੀ ਬਾਹਰੀ ਲੋਕ ਸਾਡੇ ਘਰ ਦੇ ਵਿੱਚ ਅੱਗ ਲਾਉਣ ਦੀ ਕੋਸ਼ਿਸ਼ ਕਰਨਗੇ, ਉਹਨਾਂ ਨੂੰ ਮੈਂ ਸਪੇਅਰ ਨਹੀਂ ਕਰੂੰਗਾ। ਕੀ ਕਾਰਵਾਈ ਕੀਤੀ ਜਾਏਗੀ? ਕੋਈ ਜੋ ਕਾਨੂੰਨੀ ਕਾਰਵਾਈ ਬਣਦੀ ਹੈ, ਸਾਡੇ ਘਰ ਦੇ ਵਿੱਚ ਕੋਈ ਬਾਹਰੀ ਬੰਦੇ ਆ ਕੇ ਦਖਲ ਦੇਣ, ਉਹ ਮੈਂ ਬਰਦਾਸ਼ਤ ਨਹੀਂ ਕਰੂੰਗਾ। ਇੱਕ ਗੱਲ ਤੁਸੀਂ ਹੋਰ ਕਹੀ ਹੈ ਕਿ ਕੱਲ੍ਹ ਜੇ ਇਹ ਧਰਨਾ ਲਾਉਂਦੇ ਨੇ ਤੇ ਉਹਨਾਂ ਦੇ ਖਿਲਾਫ ਵੀ ਕੋਈ ਕਾਰਵਾਈ ਕੀਤੀ ਜਾਏਗੀ ਜੇ ਕਾਰਪੋਰੇਸ਼ਨ ਘੇਰਦੇ ਆ ਤੇ? ਮੇਰਾ ਕਾਨੂੰਨੀ ਕਾਰਵਾਈ ਕਰਨੀ ਡਿਪਾਰਟਮੈਂਟ ਨੇ, ਕੀ ਕਾਨੂੰਨ ਕਹਿੰਦਾ ਕੀ ਨਹੀਂ, ਉਹ ਆਪੇ ਐਗਜ਼ੈਕਟਿਵ ਦੇਖੇਗੀ। ਮੇਰਾ ਕੰਮ ਹੈ ਸ਼ਹਿਰ ਨੂੰ ਸਾਫ਼ ਕਰਾਉਣਾ। ਮੈਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੂੰ ਨਾਲ ਲੈ ਕੇ ਅਪੀਲ ਕਰਕੇ ਸਾਰਾ ਸ਼ਹਿਰ ਸਾਫ਼ ਕਰਾਉਣਾ ਮੇਰੀ ਜ਼ਿੰਮੇਵਾਰੀ ਹੈ। ਉਹ ਅਸੀਂ ਜੇ ਕੱਲ੍ਹ ਤੱਕ ਸਾਡੇ ਭਰਾਵਾਂ ਨੇ ਸਾਡੀ ਰਿਕੁਐਸਟ 'ਤੇ ਗੌਰ ਨਾ ਕੀਤਾ, ਤੇ ਪਰਸੋਂ ਤੋਂ ਅਸੀਂ ਸ਼ਹਿਰ ਨੂੰ ਆਪ ਸਾਫ਼ ਸੁਥਰਾ ਬਣਾਵਾਂਗੇ। ਮੇਰੇ ਸਾਹਿਬ, ਇਹ ਬਹੁਤ ਵੱਡਾ ਉਪਰਾਲਾ ਤੁਸੀਂ ਚੁੱਕ ਰਹੇ ਹੋ ਕਿ ਜਿਹੜੀ ਸ਼ਹਿਰ ਨੂੰ ਆਪ ਸਾਫ਼ ਸਫਾਈ ਕਰਨੀ ਹੈ। ਕੌਂਸਲਰਾਂ ਨਾਲ ਇਹ ਮੀਟਿੰਗ ਹੋ ਗਈ ਹੈ ਕਿ ਕਰਨੀ ਹੈ ਤੁਸੀਂ ਅਜੇ? ਦੇਖੋ, ਸਾਰੇ ਕੌਂਸਲਰਾਂ ਨੂੰ ਸਾਥ ਦੇਣਾ ਪੈਣਾ। ਮੈਨੂੰ ਆਪਣੇ ਸਾਥੀਆਂ 'ਤੇ ਮਾਣ ਆ, ਔਰ ਉਹਨੂੰ ਹਮੇਸ਼ਾ ਉਹਨਾਂ ਨੇ ਜੋ ਵੀ ਮੈਂ ਗੱਲ ਕੀਤੀ ਉਹ 'ਤੇ ਫੁੱਲ ਚੜਾਏ ਨੇ। ਦੂਸਰੀ ਗੱਲ ਇਹ ਹੈ ਕਿ ਕੋਈ ਵੱਡਾ ਉਪਰਾਲਾ ਨਹੀਂ ਗਾ। ਇਸ ਸ਼ਹਿਰ ਨੇ ਬਹੁਤ ਵੱਡਾ ਇੱਜ਼ਤ ਅਮਾਨ ਮੈਨੂੰ ਦਿੱਤਾ ਵਾ, ਇਸ ਸ਼ਹਿਰ ਦਾ ਫਸਟ ਸਿਟੀਜ਼ਨ ਬਣਾਇਆ ਵਾ, ਔਰ ਮੇਰਾ ਫਰਜ਼ ਬਣਦਾ ਕਿ ਮੈਨੂੰ ਜਿੰਨੀ ਵੀ ਤਨਦੇਹੀ ਨਾਲ ਮਿਹਨਤ ਕਰਨੀ ਪਏਗੀ, ਮੈਂ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਦੂਰ ਕਰਾਂਗਾ। ਧੰਨਵਾਦ।